Hello students, today we are going to start our next chapter that is coordination. ਕੋਆਰਡੀਨੇਸ਼ਨ ਦੇਖੋ ਕੋਆਰਡੀਨੇਸ਼ਨ ਦੋ ਵਰਡਸ ਤੋਂ ਬਣਿਆ ਜਿਹਦਾ ਮਤਲਬ ਹੁੰਦਾ ਆਪਸ 'ਚ ਮਿਲ ਕੇ ਆਪਾਂ ਕੰਮ ਨੂੰ ਕਰਨਾ। ਫਸਟਲੀ ਆਪਣੇ ਕੋਲ ਹੈ ਮੀਨਿੰਗ। ਕੋਆਰਡੀਨੇਸ਼ਨ ਦੇਖੋ ਆਪਣੇ ਕੋਲ ਇਜ਼ ਦਾ ਇੰਟੈਗ੍ਰਿਟੀ ਮਤਲਬ ਜੁਆਇੰਟਲੀ ਜਾਂ ਫਿਰ ਆਰਡਰਲੀ ਪੈਟਰਨ ਆਫ ਗਰੁੱਪ ਐਫਰਟਸ ਇਨ ਦਾ ਆਰਗੇਨਾਈਜੇਸ਼ਨ। ਜਿਹੜੇ ਉਹ ਕਹਿੰਦੇ ਆਪਾਂ ਗਰੁੱਪ ਦੇ ਵਿੱਚ ਕੋਈ ਐਫਰਟਸ ਕਰਦੇ ਹਾਂ ਕਿਸੇ ਵੀ ਕੋਮਨ ਆਬਜੈਕਟਿਵ ਨੂੰ ਅਕੰਪਲਿਸ਼ ਕਰਨ ਦੇ ਲਈ, ਕਿਸੇ ਵੀ ਕੋਮਨ ਜਿਹੜਾ ਆਪਣਾ ਸਾਂਝਾ ਉਦੇਸ਼ ਹੁੰਦਾ ਉਹਨੂੰ ਕੀ ਕਰਨ ਦੇ ਲਈ, ਪੂਰਾ ਕਰਨ ਦੇ ਲਈ। ਇਹਦਾ ਮੇਨ ਬੇਸਿਕ ਪਰਪਸ ਕੀ ਹੈ ਕੋਆਰਡੀਨੇਸ਼ਨ ਦਾ, ਕਿ ਯੂਨਿਟੀ ਆਫ ਪਰਪਸ ਹੋਣਾ ਚਾਹੀਦਾ। ਸਾਰੇ ਐਕਸ਼ਨਸ ਨੂੰ ਆਪਾਂ ਕੀ ਕਰਨਾ, ਯੂਨੀਫਾਈ ਹੁੰਦਾ ਇੱਕ ਕਰਨਾ। ਤਾਂ ਜਿਹਦੇ ਵਿੱਚ ਆਪਣੇ ਕੋਲੇ ਫਸਟ ਡੈਫੀਨੇਸ਼ਨ ਹੈ ਕਿ ਕੋਆਰਡੀਨੇਸ਼ਨ ਇੱਕ ਆਰਡਰਲੀ ਅਰੇਂਜਮੈਂਟ ਹੈ, ਮਤਲਬ ਸੀਕੁਐਂਸ ਦੇ ਵਿੱਚ ਇਹਨਾਂ ਨੂੰ ਆਪਾਂ ਲਗਾਉਂਦੇ ਹੈ ਤਾਂ ਕਿ ਆਪਾਂ ਗਰੁੱਪ ਦੇ ਵਿੱਚ ਜੋ ਐਫਰਟਸ ਕਰਦੇ ਹੋ ਸਹੀ ਤਰੀਕੇ ਨਾਲ ਆਪਣੇ ਕੰਪਲੀਟ ਹੋ ਸਕਣ। ਤਾਂ ਫਸਟ ਆਪਣੇ ਕੋਲ ਇਹਦੀ ਕਰੈਕਟਰਿਸਟਿਕਸ ਕੀ ਹੈ, ਕੋਆਰਡੀਨੇਸ਼ਨ ਮੈਨੇਜਮੈਂਟ ਦੇ ਲਈ ਜ਼ਰੂਰੀ ਹੈ। ਇਸੈਂਸ ਹੁੰਦਾ ਬਹੁਤ ਇਸੈਂਸ਼ੀਅਲ ਹੈ ਬਟ ਨਾਟ ਐਨ ਇੰਡੀਪੈਂਡੈਂਟ ਫੰਕਸ਼ਨ। ਇਹ ਨਹੀਂ ਗਾ ਕਿ ਆਪਾਂ ਉਹਨੂੰ ਆਪਣੇ ਤਰੀਕੇ ਨਾਲ ਚਲਾ ਲਾਂਗੇ, ਠੀਕ ਹੈ। ਇਟ ਇਜ਼ ਆਊਟਕਮ ਆਫ ਡੈਲੀਬਰੇਟ, ਇਹ ਜਾਣ ਬੁੱਝ ਕੇ ਦੀ ਇਸ ਤਰੀਕੇ ਨਾਲ ਐਫਰਟਸ ਕੀਤੇ ਜਾਂਦੇ ਤਾਂ ਕਿ ਆਰਗੇਨਾਈਜੇਸ਼ਨ ਦੇ ਰਿਜ਼ਲਟ ਵਧੀਆ ਆ ਸਕਣ। ਫਿਰ ਇਹ ਕਿਹੜਾ ਪ੍ਰੋਸੈਸ ਹੁੰਦਾ, ਕੰਟੀਨਿਊਸ। ਮੈਨੇਜਮੈਂਟ ਦੀ ਕਿਹੜੀ ਰਿਸਪੌਂਸਿਬਿਲਿਟੀ ਹੁੰਦੀ ਹੈ, ਪ੍ਰਾਇਮਰੀ, ਮਤਲਬ ਫਸਟ। ਫਿਫਥ ਪੁਆਇੰਟ ਹੈ ਆਪਣੇ, ਇਟ ਇਜ਼ ਆਰਡਰਲੀ ਅਰੇਂਜਮੈਂਟ। ਆਰਡਰਲੀ ਆਪਾਂ ਆਰਡਰਲੀ ਸਿੰਪਲੀ ਇਕੱਠੇ ਅਰੇਂਜ ਕਰਦੇ ਹਾਂ ਗਰੁੱਪ ਐਫਰਟਸ ਦੇ ਵਿੱਚ ਤਾਂ ਕਿ ਆਪਾਂ ਐਕਸ਼ਨਸ ਨੂੰ ਪੂਰਾ ਕਰ ਸਕੀਏ। ਫਿਰ ਇਹ ਕੀ ਹੈ, ਇਟ ਬਰਿੰਗ ਯੂਨਿਟੀ ਆਫ ਐਕਸ਼ਨ ਟੂ ਅਚੀਵ ਆਰਗੇਨਾਈਜੇਸ਼ਨ ਗੋਲ। ਆਰਗੇਨਾਈਜੇਸ਼ਨ ਦੇ ਗੋਲ ਨੂੰ ਪੂਰਾ ਕਰਨ ਦੇ ਲਈ ਉਹਨਾਂ ਵਿੱਚ ਕੀ ਲੈ ਕੇ ਆਉਂਦਾ ਉਹ, ਯੂਨਿਟੀ ਆਫ ਐਕਸ਼ਨ। ਦੇਖੋ 3 ਐਲੀਮੈਂਟ ਹੈ। ਟਾਈਮਿੰਗ, ਸਭ ਤੋਂ ਪਹਿਲਾਂ ਤਾਂ ਕਹਿੰਦੇ ਐਡਜਸਟਿੰਗ ਆਫ ਟਾਈਮ ਸਕੈਜੂਅਲ ਆਫ ਐਕਟੀਵਿਟੀ ਆਫ ਡਿਫਰੈਂਟ ਡਿਪਾਰਟਮੈਂਟ। ਹਰ ਇੱਕ ਦੀ ਡਿਫਰੈਂਟ ਡਿਪਾਰਟਮੈਂਟ ਦੀ ਅਲੱਗ-ਅਲੱਗ ਸਕੈਜੂਅਲ ਹੁੰਦਾ ਵਾ, ਠੀਕ ਹੈ, ਅਲੱਗ-ਅਲੱਗ ਉਹਨਾਂ ਦੀ ਟਾਈਮਿੰਗ ਹੁੰਦੀ ਹੈ। ਉਹਨਾਂ ਨੂੰ ਬੈਲੈਂਸ ਕਿੱਦਾਂ ਕਰਨਾ ਵਾ ਉਹ ਡਿਪੈਂਡ ਕਰਦਾ। ਟਾਈਮਲੀ ਅਵੇਲੇਬਿਲਿਟੀ ਆਫ ਇਨਫ ਔਰ ਵਨ ਥਿੰਗ ਰॉ ਮਟੀਰੀਅਲ ਟੂ ਸਪੋਟ ਫਿਨਿਸ਼ ਗੁੱਡਸ। ਉਹ ਕਹਿੰਦੇ ਰॉ ਮਟੀਰੀਅਲ ਨੂੰ ਆਪਾਂ ਕਾਹਦੇ 'ਚ ਕਨਵਰਟ ਕਰ ਦੇਣਾ, ਫਿਨਿਸ਼ ਗੁੱਡਸ ਦੇ ਵਿੱਚ। ਫਿਰ ਉਹਨਾਂ ਨੂੰ ਆਪਾਂ ਗਰੁੱਪ ਦੇ ਵਿੱਚ ਕੀ ਕਰ ਦੇਣਾ, ਯੂਨੀਫਾਈਂਗ ਕਰ ਦੇਣਾ, ਜੋੜ ਦੇਣਾ। ਹੁਣ ਦੇਖੋ ਕੋਆਰਡੀਨੇਸ਼ਨ ਇਨ ਸੈਂਸ ਆਫ ਦਾ ਮੈਨੇਜਮੈਂਟ। ਕੋਆਰਡੀਨੇਸ਼ਨ ਆਪਣੇ ਮੈਨੇਜਮੈਂਟ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਹੈਨਰੀ ਫਿਓਲ ਦੇ ਅਕੋਰਡਿੰਗ ਕੀ ਹੈ, ਐਲਨ ਦੇ ਅਕੋਰਡਿੰਗ, ਹੈਨਰੀ ਫਿਓਲ ਐਲਨ ਐਂਡ ਮੈਨੀ ਅਦਰ ਹੈਵ ਵਿਊ ਕੋਆਰਡੀਨੇਸ਼ਨ ਐਜ਼ ਅ ਡਿਫਰੈਂਸ ਇੰਡੀਪੈਂਡੈਂਟ ਫੰਕਸ਼ਨ ਆਫ ਮੈਨੇਜਮੈਂਟ। ਇੱਕ ਅਲੱਗ ਫੰਕਸ਼ਨ ਹੁੰਦਾ ਵਾ, ਲਾਈਕ ਮੋਡਰਨ ਮੈਨੇਜਰ ਥਿੰਕਰ ਕੰਸੀਡਰ ਕੋਆਰਡੀਨੇਸ਼ਨ ਇਸੈਂਸਿਵ ਬਿਕੋਜ਼ ਦਾ ਬੇਸਿਕ ਪਰਪਸ ਕੋਆਰਡੀਨੇਸ਼ਨ ਹੀ ਹੈ ਜੋ ਆਪਣੇ ਸਾਰੇ ਦੇ ਸਾਰੇ ਜਿੰਨੇ ਫੰਕਸ਼ਨ ਆ ਮੈਨੇਜਮੈਂਟ ਦੇ ਕਿਹੜੇ ਕਿਹੜੇ ਫੰਕਸ਼ਨ ਹੁੰਦੇ ਆ। ਫਸਟਲੀ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਸ਼ਨ ਐਂਡ ਕੰਟਰੋਲਿੰਗ, ਹੈ ਨਾ। ਤਾਂ ਜੋ ਕੋਆਰਡੀਨੇਸ਼ਨ ਆਪਣੇ ਕੋਲ ਹੁੰਦਾ, ਅਗਰ ਆਹ ਸਾਰੇ ਫੰਕਸ਼ਨ ਆਪਣੇ ਫੇਰ ਹੀ ਇਸੈਂਸ਼ੀਅਲ ਹੋਣਗੇ ਜੇ ਆਪਣੇ ਕੋਲ ਕੋਆਰਡੀਨੇਸ਼ਨ ਹੈ। ਜੇ ਵਰਕਰਸ ਮਿਲ ਕੇ ਹੀ ਨਹੀਂ ਕੰਮ ਕਰਨਗੇ ਫਿਰ ਪਲੈਨਿੰਗ ਦਾ ਕੋਈ ਫਾਇਦਾ ਨਹੀਂ, ਸਮਾਨ ਨੂੰ ਇਕੱਠਾ ਕੀਤਾ, ਕਿੰਨੇ ਪਰਸਨ ਰੱਖੇ, ਕੋਈ ਫਰਕ ਨਹੀਂ ਪੈਂਦਾ। ਤਾਂ ਕਹਿੰਦੇ ਇਸੇ ਕਰਕੇ ਆਪਣੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਆਪਾਂ ਨੂੰ ਯਕੀਨੀ ਦਿਵਾਉਂਦਾ ਵਾ ਕਿ ਉਹਨੂੰ ਆਪਾਂ ਸਮੂਥਲੀ ਔਰ ਹਾਰਮੋਨਾਈਜ਼ ਮਤਲਬ ਵਧੀਆ ਤਰੀਕੇ ਨਾਲ ਉਹਨਾਂ ਨੂੰ ਕੰਮ ਕਰਾਂਗੇ ਜਿੰਨਾ ਆਰਗੇਨਾਈਜੇਸ਼ਨ 'ਚ ਹੈ। ਆਲ ਦਾ ਫੰਕਸ਼ਨ ਆਫ ਮੈਨੇਜਮੈਂਟ ਸ਼ੁੱਡ ਬੀ ਕੋਆਰਡੀਨੇਟਡ ਐਂਡ ਬਲੈਂਡਡ ਦੈਟ ਦਾ ਗੋਲ ਐਂਟਰਪ੍ਰਾਈਜ਼ਿਜ਼ ਆਰ ਅਕੰਪਲਿਸ਼ ਇਫੈਕਟਿਵਲੀ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਕੋਆਰਡੀਨੇਸ਼ਨ ਦੇ ਵਿੱਚ ਕਿਹੜੇ ਕਿਹੜੇ ਫੰਕਸ਼ਨਸ ਹੁੰਦੇ ਆ। ਫਸਟ ਹੈ ਪਲੈਨਿੰਗ। ਦੇਖੋ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ, ਮੈਨੇਜਮੈਂਟ ਦਾ ਪਹਿਲਾ ਫੰਕਸ਼ਨ ਆਪਣਾ ਸਭ ਤੋਂ ਫਸਟ ਸਟੈਪ ਕੀ ਹੈ, ਪਲੈਨਿੰਗ ਵਟ ਇਜ਼ ਟੂ ਬੀ ਡਨ, ਹਾਊ ਇਟ ਇਜ਼ ਟੂ ਬੀ ਡਨ, ਵੇਅਰ ਇਟ ਇਜ਼ ਟੂ ਬੀ ਡਨ, ਕੀ ਕਰਨਾ, ਕਿੱਥੇ ਕਰਨਾ, ਕਿਵੇਂ ਕਰਨਾ, ਇਹ ਸਾਰਾ ਕੁਛ ਕਹਿੰਦੇ ਜਿਹੜੇ ਪਲੈਨਿੰਗ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇਹ ਜੋੜਨ ਦੇ ਵਿੱਚ ਆਪਣੀ ਹੈਲਪ ਕਰਦਾ ਵਾ ਥਰੂ ਮਿਊਚੁਅਲ ਡਿਸਕਸ਼ਨ। ਫਿਰ ਆਰਗੇਨਾਈਜ਼ਿੰਗ ਆਪਣਾ ਕੀ ਹੈ, ਹਾਰਟ ਆਫ ਦਾ ਆਰਗੇਨਾਈਜੇਸ਼ਨ। ਹਾਰਟ ਕਿਉਂ ਬੋਲਿਆ ਜਾਂਦਾ ਵਾ, ਕਿਉਂਕਿ ਇਹ ਬੈਲੈਂਸ ਕਰਦਾ ਆਪਣੀ। ਬੈਲੈਂਸ ਕੀ ਹੈ, ਦੇਖੋ ਇਟ ਇਜ਼ ਰਿਕੁਆਇਰਡ ਐਟ ਆਰਗੇਨਾਈਜ਼ਿੰਗ ਸਟੇਜ ਟੂ ਸਟਰਾਈਕ ਅ ਬੈਲੈਂਸ ਬਿਟਵੀਨ ਅਥੋਰਿਟੀ ਐਂਡ ਰਿਸਪੌਂਸਿਬਿਲਿਟੀ, ਦੋਨਾਂ ਦੇ ਵਿੱਚ। ਫਿਰ ਆਪਣੇ ਕੋਲ ਸਟਾਫਿੰਗ ਕੀ ਹੈ, ਸਟਾਫਿੰਗ ਉਹ ਕਹਿੰਦੇ ਆਪਾਂ ਪਰਸਨ ਨੂੰ ਰੱਖਣਾ ਕੀ ਇਹਦੇ ਵਿੱਚ ਟੂ ਪਲੇਸ ਆ ਰਾਈਟ ਪਰਸਨ ਐਟ ਅ ਰਾਈਟ ਪਲੇਸ, ਮਤਲਬ ਸਹੀ ਜਗ੍ਹਾ ਦੇ ਉੱਪਰ ਸਹੀ ਪਰਸਨ ਹੋਣਾ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹਦੇ ਕੋਲ ਪਰਸਨਲ ਸਕਿੱਲ ਰਿਕੁਆਇਰਮੈਂਟ ਹੋਣੀ ਆ ਬਹੁਤ ਜ਼ਰੂਰੀ ਹੈ। ਡਾਇਰੈਕਟਿੰਗ ਉਹ ਕਹਿੰਦੇ ਉਹਨਾਂ ਨੂੰ ਆਪਾਂ ਗਾਈਡੈਂਸ ਦੇਣੀ। ਗਾਈਡੈਂਸ ਕਿੱਦਾਂ ਦੇਵਾਂਗੇ,
ਪਹਿਲਾਂ ਸੁਪਰਵਾਈਜ਼ ਕਰਕੇ ਉਹਨਾਂ ਨੂੰ ਚੈੱਕਆਊਟ ਕਰਦੇ ਰਹਿਣਾ, ਫਿਰ ਉਹਨਾਂ ਨੂੰ ਮੋਟੀਵੇਸ਼ਨ ਨੋਨ ਮੋਨੀਟਰੀ ਔਰ ਮੋਨੀਟਰੀ ਫਾਰਮ 'ਚ, ਫਿਰ ਲੀਡਰਸ਼ਿਪ ਫੰਕਸ਼ਨਸ ਵਗੈਰਾ ਉਹਨਾਂ ਨੂੰ ਆਪਾਂ ਦੇਣੇ। ਠੀਕ ਹੈ। ਫਿਰ ਉਹ ਕੰਟਰੋਲਿੰਗ ਆਪਣੇ ਕੋਲ ਆਉਂਦਾ। ਕੰਟਰੋਲਿੰਗ ਆਪਣਾ ਬਹੁਤ ਇੰਪੋਰਟੈਂਟ ਫੰਕਸ਼ਨ ਹੈ। ਕਹਿੰਦੇ ਕੰਟਰੋਲਿੰਗ ਵੈਨ ਹੀ ਇੰਸ਼ੋਰ ਦੈਟ, ਇਹ ਆਪਾਂ ਨੂੰ ਕੀ ਯਕੀਨੀ ਦਿਵਾਉਂਦਾ ਵਾ, ਪਰਫੋਰਮੈਂਸ ਆਫ ਇੰਡੀਵਿਜੂਅਲ ਐਂਡ ਡਿਪਾਰਟਮੈਂਟ ਇਜ਼ ਅਕੋਰਡਿੰਗ ਟੂ ਪ੍ਰੀ ਡਿਟਰਮਾਈਨ ਸਟੈਂਡਰਡ। ਪ੍ਰੀ ਡਿਟਰਮਾਈਨ ਹੁੰਦਾ ਜੋ ਆਪਣੇ ਪਹਿਲਾਂ ਤੋਂ ਹੀ ਡਿਸਾਈਡ ਕੀਤੇ ਹੋਏ ਨੇ ਉਹ ਸਾਰੇ। ਤਾਂ ਇਹ ਸਾਰੇ ਉਹ ਕਹਿੰਦੇ ਆਪਣੇ ਮੈਨੇਜਮੈਂਟ ਦੇ ਫੰਕਸ਼ਨ ਲਈ ਬਹੁਤ ਜ਼ਰੂਰੀ। ਅਗਰ ਕੁਐਸਚਨ ਆਪਣੇ ਕੋਲ ਆਉਂਦਾ ਵਾ ਕਿ ਕੋਆਰਡੀਨੇਸ਼ਨ ਦਾ ਸੈਂਸ ਆਫ ਮੈਨੇਜਮੈਂਟ, ਯੈਸ ਦਾ ਸੈਂਸ ਮੈਨੇਜਮੈਂਟ ਆਪਣੇ ਕੋਲ ਬਹੁਤ ਹੀ ਸੈਂਸ ਆਫ ਮੈਨੇਜਮੈਂਟ ਹੈ, ਉਹਦੇ ਆਪਣੇ ਕੋਲ ਅੰਡਰ ਕਿਹੜੇ ਕਿਹੜੇ ਪੁਆਇੰਟਸ ਆਉਂਦੇ ਆ ਵੀ ਕੀ ਮੇਨ ਇਹਦੇ ਟਾਰਗੇਟਸ ਹੈ। ਓਬਜੈਕਟਿਵਸ ਆਫ ਕੋਆਰਡੀਨੇਸ਼ਨ, ਪਹਿਲਾਂ ਆਪਣਾ ਓਬਜੈਕਟਿਵ ਕੀ ਹੈ, ਹਾਰਮਨੀ। ਗੋਲਸ ਦੇ ਵਿੱਚ ਆਪਾਂ ਹਾਰਮਨੀ ਲੈ ਕੇ ਆਉਣੀ ਹੈ ਤਾਂ ਕਿ ਅਗਰ ਉਹਨਾਂ ਦੇ ਮਾਈਂਡ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਆ ਉਹਨੂੰ ਆਪਾਂ ਦੂਰ ਕਰ ਸਕੀਏ। There is always a danger of conflict of goal in the mind of the manager and worker as the perception vary from man to man। ਇਹ man to man ਹੀ ਡਿਪੈਂਡ ਕਰਦਾ ਵਾ। ਤਾਂ ਕਹਿੰਦੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਲੈ ਕੇ ਆਉਣਾ ਕੋਆਰਡੀਨੇਸ਼ਨ ਦੇ ਵਿੱਚ, ਹਾਰਮਨੀ, ਕਿ ਮਿਲ ਕੇ ਉਹ ਕੰਮ ਕਰ ਸਕਣ। ਫਿਰ ਜੇ ਮਿਲ ਕੇ ਕੰਮ ਕਰਨਗੇ ਫਿਰ ਹੀ ਆਪਾਂ ਉਹਨਾਂ ਨੂੰ ਪੂਰਾ ਕਰ ਸਕਦੇ ਹਾਂ ਟੋਟਲ ਅਕੰਪਲਿਸ਼ਮੈਂਟ। ਕੰਪਲੀਮੈਂਟ ਹੁੰਦਾ ਜਿਹੜੇ ਕੰਮ ਨੂੰ ਪੂਰਾ ਕਰ ਸਕਣ। ਅਦਰ ਮੇਨ ਓਬਜੈਕਟਿਵ ਕੀ ਆ ਕੋਆਰਡੀਨੇਸ਼ਨ ਦਾ, ਕਿ ਆਪਾਂ ਅਚੀਵ ਕਰਨਾ ਗਰੁੱਪ ਦੇ ਵਿੱਚ ਰਹਿ ਕੇ ਰੈਦਰ ਦੈਨ ਇੰਡੀਵਿਜੂਅਲ, ਕਿਉਂਕਿ ਇੰਡੀਵਿਜੂਅਲ ਦੇ ਐਫਰਟਸ ਇੰਨੇ ਜ਼ਿਆਦਾ ਨਹੀਂ ਹੁੰਦੇ ਜਿਹੜੇ ਆਪਣੇ ਇਕੱਠੇ ਮਿਲ ਕੇ ਕੀਤੇ ਜਾਂਦੇ ਆ। ਫਿਰ ਇਕਨੋਮੀ ਐਂਡ ਐਫੀਸ਼ੀਐਂਸੀ, ਸਸਤਾ ਪੈ ਜਾਂਦਾ ਆਪਾਂ ਨੂੰ ਕਿ ਪਰਫੋਰਮੈਂਸ ਵਗੈਰਾ ਦੀ ਵਧੀਆ ਤਰੀਕੇ ਨਾਲ ਆ ਜਾਂਦੇ, ਇਨਪੁਟਸ ਰਿਜ਼ਲਟਸ ਵਗੈਰਾ। ਫਿਰ ਗੁੱਡ ਸੋਸ਼ਲ ਰਿਲੇਸ਼ਨਸ, ਜਿਹੜੇ ਉਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨਸ ਹੈ ਸੁਸਾਇਟੀ ਦੇ ਨਾਲ ਉਹ ਵਧੀਆ ਹੋਣੇ ਚਾਹੀਦੇ ਇੰਪਲੋਇਜ਼ ਨਾਲ। ਜੇ ਇੰਪਲੋਇਜ਼ ਦੇ ਨਾਲ ਰਿਲੇਸ਼ਨ ਵਧੀਆ ਹੋਣਗੇ ਫਿਰ ਹੀ ਆਪਾਂ ਨੂੰ ਬੈਨੀਫਿਟ ਹੋਊਗਾ। ਇਟ ਪ੍ਰੋਵਾਈਡ ਅ ਜੋਬ ਸੈਟਿਸਫੈਕਸ਼ਨ ਐਂਡ ਇਨਕਰੀਜ਼ ਦਾ ਮੋਰੇਲ ਆਫ ਇੰਪਲੋਇਜ਼ ਔਨ ਦਾ ਵਨ ਹੈਂਡ ਐਂਡ ਅਦਰ ਹੈਂਡ ਇਸਟੈਬਲਿਸ਼ ਗੁੱਡ ਹਿਊਮਨ ਰਿਲੇਸ਼ਨ ਇਨ ਦਾ ਐਂਟਰਪ੍ਰਾਈਜ਼। ਔਰਗਨਾਈਜੇਸ਼ਨ ਦੇ ਵਿੱਚ ਉਹ ਕਹਿੰਦੇ ਵਧੀਆ ਤਰੀਕੇ ਨਾਲ ਰਿਲੇਸ਼ਨਸ ਨੂੰ ਮੇਨਟੇਨ ਕਰਨ ਦੇ ਵਿੱਚ ਇਹ ਆਪਣੀ ਹੈਲਪ ਕਰਦੇ ਆ। ਇਹਦੇ ਇੰਪੋਰਟੈਂਸ ਕੀ ਹੈ, ਫਸਟ ਯੂਨਿਟੀ ਆਫ ਐਕਸ਼ਨ। ਯੂਨਿਟੀ ਮਤਲਬ ਗਰੁੱਪ ਦੇ ਵਿੱਚ ਹਰ ਇੱਕ ਦੇ ਵਿੱਚ ਆਪਣੇ ਕੋਲ ਯੂਨਿਟੀ ਹੋਣੀ ਚਾਹੀਦੀ ਹੈ ਐਟ ਆਲ ਲੈਵਲ। ਫਿਰ ਅਵੋਇਡ ਡਿਲੇ ਐਂਡ ਡੁਪਲੀਕੇਸ਼ਨ, ਜਿੰਨੀ ਡਿਲੇ ਜਿੰਨੇ ਡੁਪਲੀਕੇਸ਼ਨਸ ਆ ਉਹਨਾਂ ਨੂੰ ਆਪਾਂ ਕੀ ਕਰ ਦੇਣਾ, ਦੂਰ ਕਰ ਦੇਣਾ। ਉਹ ਕਹਿੰਦੇ ਇਹ ਨਹੀਂ, ਜਦੋਂ ਦੇਖੋ ਵਰਕਰਸ ਮਿਲ ਕੇ ਕੰਮ ਕਰਨਗੇ, ਸਪੋਜ਼ ਆਪਣੇ ਕੋਲ 3 ਟਾਰਗੇਟ ਹੈ, A ਟਾਰਗੇਟ, B ਟਾਰਗੇਟ ਔਰ C। ਹੁਣ ਆਪਣੇ ਕੋਲੇ ਮੰਨ ਲਓ ਵਰਕਰਸ ਹੈ ਆਪਣੇ ਕੋਲੇ 21, ਠੀਕ ਹੈ। 7 ਤਾਂ A ਟਾਰਗੇਟ ਕੰਪਲੀਟ ਕਰਨਗੇ, ਨੈਕਸਟ 7 ਆਪਣੇ B ਕਰਨਗੇ, ਨੈਕਸਟ ਉਦੋਂ ਆਪਣੇ 7 ਕਰਨਗੇ। ਹੁਣ ਦੇਖੋ ਜਿਹਦੇ ਵਿੱਚ ਆਪਣੀ ਨਾ ਤਾਂ ਡੁਪਲੀਕੇਸ਼ਨ ਦੇ ਚਾਂਸਿਸ ਹੋਣਗੇ ਨਾ ਹੀ ਕੰਮ ਦੇ ਵਿੱਚ ਕੀ ਹੋਊਗੀ, ਦੇਰੀ ਹੋਊਗੀ। ਤਾਂ ਇਸੇ ਕਰਕੇ ਕਹਿੰਦੇ ਅਨਨੈਸੈਸਰੀ ਜਿੰਨੀਆਂ ਡਿਲੇ ਜਿੰਨੀ ਦੇਰੀ ਹੁੰਦੀ ਉਹਨੂੰ ਆਪਾਂ ਦੂਰ ਕਰ ਦਿੰਦੇ ਹਾਂ ਕਿਉਂਕਿ ਆਪਾਂ ਟੀਮ ਦੇ ਵਿੱਚ ਕੰਮ ਕਰਦੇ ਹਾਂ। ਫਿਰ ਇੰਟੈਗਰੇਸ਼ਨ ਆਫ ਐਫਰਟਸ, ਇੰਟੈਗਰੇਸ਼ਨ ਮਤਲਬ ਆਪਣਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਕਿ ਆਪਾਂ ਗਰੁੱਪ ਦੇ ਵਿੱਚ ਗੋਲਸ ਰਹਿ ਕੇ ਕੰਪਲੀਟ ਕਰਨਾ ਵਾ। ਫਿਰ ਟੀਮ ਦੇ ਵਿੱਚ ਆਪਾਂ ਰਹਿ ਕੇ ਕੰਮ ਕਰਨਾ, ਟੀਮ ਦੇ ਵਿੱਚ ਕਿਹੜੇ ਕਿਹੜੇ ਐਫਰਟਸ, ਕਿਹੜੀ ਕਿਹੜੀ ਐਨਰਜੀ, ਕਿਹੜੀ ਸਕਿੱਲ ਆਪਾਂ ਲਗਾ ਰਹੇ ਹਾਂ। ਫਿਰ ਮਲਟੀਪਲਾਇਰ ਇਫੈਕਟ, ਮਲਟੀਪਲਾਇਰ ਹੁੰਦਾ ਇੱਕ ਤੋਂ ਜ਼ਿਆਦਾ ਇਫੈਕਟ, ਮੋਰ ਦੈਨ ਆਪਣੇ ਕੋਲ ਇੰਡੀਵਿਜੂਅਲ ਐਫਰਟਸ ਨਾਲੋਂ ਬਹੁਤ ਸਾਰੇ ਇਫੈਕਟ ਆਉਂਦੇ ਹੈ ਕਿ ਇਕੱਠੇ ਕੰਪਲੀਟ ਕਰਨੇ। ਫਿਰ ਇੰਟਰਡਿਪੈਂਡੈਂਸ, ਆਲ ਦਾ ਡਿਪਾਰਟਮੈਂਟ ਆਫ ਆਰਗਨਾਈਜੇਸ਼ਨ ਆਰ ਇੰਟਰਡਿਪੈਂਡੈਂਟ। ਫੋਰ ਐਗਜ਼ਾਮਪਲ ਦੇਖੋ ਸੇਲ ਡਿਪਾਰਟਮੈਂਟ ਕਾਹਤੇ ਡਿਪੈਂਡ ਆ, ਪ੍ਰੋਡਕਸ਼ਨ, ਕਿਉਂਕਿ ਜੇ ਚੀਜ਼ਾਂ ਪ੍ਰੋਡਿਊਸ ਹੋਣਗੀਆਂ ਫਿਰ ਹੀ ਸੇਲ ਹੋਣਗੀਆਂ। ਤਾਂ ਪ੍ਰੋਡਕਸ਼ਨ ਵਾਲੇ ਕਿਤੇ ਡਿਪੈਂਡ ਹੁੰਦੇ ਨੇ, ਸੇਲ ਵਾਲੇ 'ਤੇ, ਐਂਡ ਸੋ ਔਨ। ਉਹ ਕਹਿੰਦੇ ਫਿਰ ਵਰਕਿੰਗ ਆਫ ਆਲ ਇਹ ਆਪਣੇ ਕੋਲ ਹੁੰਦੀ ਹੈ। ਫਿਰ ਬੈਲੈਂਸ ਆਪਾਂ ਕਰਕੇ ਰੱਖਣਾ ਕਿ ਕਿਸ ਤਰੀਕੇ ਨਾਲ ਕਿਵੇਂ ਆਪਾਂ ਕੰਮ ਨੂੰ ਕਰਨਾ। ਫਿਰ ਇਹਦੇ ਵਿੱਚ ਜਿਹੜਾ ਐਟਮੋਸਫੇਅਰ ਉਹ ਕੀ ਹੋਣਾ ਚਾਹੀਦਾ, ਕੰਗਨੀਅਲ। ਕੰਗਨੀਅਲ ਮਤਲਬ ਵਧੀਆ ਤਰੀਕੇ ਦਾ ਹੋਣਾ ਚਾਹੀਦਾ, ਗੁੱਡ ਰਿਲੇਸ਼ਨ, ਗੁੱਡ ਐਟਮੋਸਫੇਅਰ। ਪ੍ਰਿੰਸੀਪਲਸ ਅੱਗੇ ਆਪਣੇ ਕੋਲ ਕੀ ਹੈ, ਫਸਟ ਅਰਲੀ ਸਟਾਰਟ। ਪ੍ਰਿੰਸੀਪਲ ਦਾ ਫਸਟ ਪੁਆਇੰਟ ਕੀ ਅਰਲੀ ਸਟਾਰਟ, ਉਹ ਕਹਿੰਦੇ ਆਪਾਂ ਨੂੰ ਜਲਦੀ ਸਟਾਰਟ ਕਰ ਲੈਣਾ ਚਾਹੀਦਾ ਵਾ ਤਾਂ ਕਿ ਆਪਣੇ ਕੰਮ ਸਹੀ ਤਰੀਕੇ ਨਾਲ ਹੋ ਸਕਣ। ਫਿਰ ਇਹ ਲਗਾਤਾਰ ਚੱਲਦਾ ਰਹਿੰਦਾ, ਕੰਟੀਨਿਊਟੀ ਹੈ, ਜਿੱਦਾਂ ਆਪਾਂ ਲੈ ਕੇ ਚੱਲਦੇ ਹਾਂ ਫਰੋਮ ਪਲੈਨਿੰਗ ਟੂ ਕੰਟਰੋਲ, ਇੱਥੋਂ ਤੱਕ ਆਪਾਂ ਆਰਡਰਸ ਕਰਨੇ ਹੁੰਦੇ ਨੇ। ਫਿਰ ਡਾਇਰੈਕਟ ਕੰਟੈਕਟ ਹੁੰਦਾ ਵਾ ਇੰਪਲੋਇਰ ਦਾ ਇੰਪਲੋਈਜ਼ ਦੇ ਨਾਲ। ਫਿਰ ਰੈਸੀਪ੍ਰੋਕਲ ਰਿਲੇਸ਼ਨ ਆਪਣੇ ਉਲਟ ਰਹਿੰਦੇ ਨੇ, ਜਿੱਦਾਂ ਇੰਪਲੋਈਜ਼ ਇਨਫਲੂਐਂਸ ਦਾ ਬਿਹੇਵੀਅਰ ਆਫ ਈਚ ਅਦਰ ਵਾਈਲ ਵਰਕਿੰਗ ਟੂਗੈਦਰ, ਜਿੱਥੋਂ ਕਰ ਰਹੇ ਹੁੰਦੇ ਨੇ। ਫਲੈਕਸੀਬਿਲਿਟੀ ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਆਪਣੇ ਕੋਲ ਜੋ ਇਨਵਾਇਰਮੈਂਟ ਆ ਉਹਦੇ ਅਕੋਰਡਿੰਗ ਆਪਾਂ ਇਹਨਾਂ ਵਿੱਚ ਕੀ ਲੈ ਕੇ ਆਉਂਦੇ ਹਾਂ, ਚੇਂਜ। ਨੈਕਸਟ ਆਪਣੇ ਕੋਲ ਹੈ ਡਿਫਰੈਂਸ ਬਿਟਵੀਨ ਕੋਆਰਡੀਨੇਸ਼ਨ ਐਂਡ ਕੋਆਪਰੇਸ਼ਨ। ਕੋਆਰਡੀਨੇਸ਼ਨ ਕੀ ਆਪਾਂ ਗਰੁੱਪ ਦੇ ਵਿੱਚ ਕੰਮ ਨੂੰ ਕਰਨਾ, ਅਤੇ ਇਹ ਜਿਹੜਾ ਕੋਆਪਰੇਸ਼ਨ ਹੈ ਕੀ ਕਰਨਾ, ਕਲੈਕਟਿਵਲੀ ਐਂਡ ਵਲੰਟਰਲੀ ਐਕਸ਼ਨ ਆਫ ਗਰੁੱਪ ਆਫ ਇੰਡੀਵਿਜੂਅਲਸ ਦਾ ਕੋਮਨ ਗੋਲਸ। ਨੇਚਰ ਇਹਦੇ ਵਿੱਚ ਆਪਾਂ ਕੌਨਸ਼ੀਅਸ ਰਹਿੰਦੇ ਹਾਂ
बट ये अपने वलंटरली एफर्ट्स होंगे जो एक वर्कर द्वारा किए जाते हैं। स्कोप द स्कोप ऑफ कोआर्डीनेशन इज़ ब्रॉडर, मतलब काफ़ी वड्डा हुंदा वा, ये इंपॉर्टेंट एलीमेंट आ। ਇਹਦਾ ਮੇਨ ਪਰਪਸ ਕੀ ਆ ਕੋਆਰਡੀਨੇਸ਼ਨ ਦਾ, ਕਿ ਜਿਹੜੇ ਗੋਲ ਹੈ ਆਰਗੇਨਾਈਜੇਸ਼ਨ ਦੇ ਉਹਨਾਂ ਨੂੰ ਸਮੂਥਲੀ ਆਪਾਂ ਕੰਮ ਨੂੰ ਕਰਨਾ, ਪਰ ਉਹਨਾਂ ਦਾ ਮੇਨ ਏਮ ਇਹ ਹੁੰਦਾ ਕਿ ਵਰਕਰਸ ਦੇ ਵਿੱਚ ਆਪਾਂ ਕੋਆਪਰੇਸ਼ਨ ਲੈ ਕੇ ਆਉਣੀ। ਪਰਫੋਰਮੈਂਸ ਇਹ ਜਾਣ ਬੁੱਝ ਕੇ ਕਰਵਾਇਆ ਜਾਂਦਾ ਵਾ, ਪਰ ਇਹ ਇਕੱਠੇ ਹੀ ਕਰਵਾਇਆ ਜਾਂਦਾ ਆਪਣੀ ਮਰਜ਼ੀ ਦੇ ਨਾਲ। ਹੁਣ ਦੇਖੋ ਕਿਹੜੀਆਂ ਕਿਹੜੀਆਂ ਟੈਕਨੀਕਸ ਹੁੰਦੀਆਂ ਵਾ ਜਿਹੜੀਆਂ ਕੋਆਰਡੀਨੇਸ਼ਨ ਨੂੰ ਇਫੈਕਟਿਵ ਬਣਾ ਸਕਦੀਆਂ। ਇੱਕ ਵਧੀਆ ਪਲੈਨਿੰਗ ਐਂਡ ਕਲੀਅਰ ਕੱਟ ਆਬਜੈਕਟਿਵ ਸਾਊਂਡ, ਅਗਰ ਵਧੀਆ ਪਲੈਨਿੰਗ ਹੋਊਗੀ, ਪਤਾ ਹੋਊਗਾ ਕੀ ਕਰਨਾ ਕਿਸ ਤਰੀਕੇ ਨਾਲ, ਤਾਂ ਕਹਿੰਦੇ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਆਪਾਂ ਨੇ ਜਿਹੜੇ ਆਬਜੈਕਟਿਵ ਉਹ ਵੀ ਕਲੀਅਰ ਕੱਟ ਹੈ, ਮਤਲਬ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਪਤਾ ਵਾ ਕਿ ਕਿੱਦਾਂ ਕਰਨਾ। ਵੈਲ ਕੰਸੀਵਡ ਪਲੈਨ ਹੈ, ਮਸਟ ਕਲੀਅਰਲੀ ਹੋਣੇ ਚਾਹੀਦੇ ਹੈ। ਫਿਰ ਚੇਨ ਆਫ ਕਮਾਂਡ, ਜਿਹੜੀ ਆਪਣੀ ਚੇਨ ਆਫ ਕਮਾਂਡ ਹੁੰਦੀ ਹੈ ਵਨ ਪੀਰੀਅਡ ਟੂ ਆਪਣੇ ਕੋਲ ਅਦਰ, ਫਿਰ ਉਸ ਤਰੀਕੇ ਨਾਲ ਆਪਾਂ ਉਹਨੂੰ ਪਤਾ ਹੋਣੀ ਚਾਹੀਦੀ ਹੈ ਕਿ ਆਰਡਰ ਆਪਾਂ ਕਿਸ ਤਰੀਕੇ ਨਾਲ ਦਿੰਦੇ ਹਾਂ। ਫਿਰ ਆਪਾਂ ਲੀਡਰਸ਼ਿਪ ਹੁੰਦਾ ਕਿ ਇੱਕ ਪਰਸਨ ਦੇ ਵਿੱਚ ਇੱਕ ਐਵੇਂ ਦੀ ਕੁਆਲਿਟੀ ਹੋਣੀ ਚਾਹੀਦੀ, ਇੱਕ ਐਵੇਂ ਦੀ ਐਬਿਲਿਟੀ ਜੋ ਦੂਸਰਿਆਂ ਤੋਂ ਕੰਮ ਨੂੰ ਸਹੀ ਤਰੀਕੇ ਨਾਲ ਕਰਵਾ ਸਕੇ। ਫਿਰ ਆਪਾਂ ਕਿਹੜੀ ਕਮੇਟੀਜ਼ ਬਣਾਉਂਦੇ ਹਾਂ। ਕਮੇਟੀਜ਼ ਆਪਣੇ ਕੋਲੇ ਵਿੱਚ ਕੀ ਕਰਦੀ ਹੈ, ਹੈਲਪ ਟੂ ਪ੍ਰਮੋਟ ਯੂਨਿਟੀ ਆਫ ਪਰਪਸ ਐਂਡ ਯੂਨੀਫਾਰਮਿਟੀ ਆਫ ਐਕਸ਼ਨ ਅਮੰਗ ਡਿਫਰੈਂਟ ਡਿਪਾਰਟਮੈਂਟ, ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਨੂੰ ਕਰਨ ਦੇ ਵਿੱਚ ਆਪਣੀ ਹੈਲਪ ਕਰਦੀ ਹੈ। ਜਿੱਦਾਂ ਸਾਰੇ ਇੰਟਰਚੇਂਜ ਆਈਡੀਆਜ਼ ਕਰਨੇ ਹੈ, ਕੁਛ ਕਰਨਾ, ਇਹ ਸਾਰਾ ਕੁਛ। ਫਿਰ ਆਪਣੇ ਕੋਲ ਕੀ ਆਉਂਦਾ ਵਾ, ਕਮਿਊਨੀਕੇਸ਼ਨ ਜਦੋਂ ਆਪਾਂ ਕਿਸੇ ਨੂੰ ਆਪਣੇ ਆਈਡੀਆਜ਼ ਫੀਲਿੰਗਸ ਸ਼ੇਅਰਸ ਕਿਸੇ ਦੂਸਰੇ ਪਰਸਨ ਨਾਲ ਕਰਦੇ ਹਾਂ, ਠੀਕ ਹੈ, ਉਹ ਗੈਸਚਰਸ ਵੀ ਕਰ ਸਕਦੇ ਆ ਕਿਸੇ ਵੀ ਤਰੀਕੇ ਨਾਲ, ਕਿ ਆਪਾਂ ਸਾਹਮਣੇ ਵਾਲੇ ਪਰਸਨ ਨੂੰ ਜਿੱਦਾਂ ਮਰਜ਼ੀ ਸਮਝਾ ਸਕਦੇ ਹਾਂ। ਫਿਰ ਜਿਹੜੀ ਕੋਆਰਡੀਨੇਸ਼ਨ ਹੁੰਦੀ ਉਹ ਕੀ ਹੋਣੀ ਚਾਹੀਦੀ ਹੈ, ਵਲੰਟਰਲੀ, ਆਪਣੇ ਆਪ ਆਪਾਂ ਆਪਸ 'ਚ ਕੰਮ ਕਰ ਸਕੀਏ, ਉਹ ਸਾਰਾ ਚੀਜ਼ਾਂ। ਫਿਰ ਉਹ ਕਹਿੰਦੇ ਇਨਸੈਂਟਿਵ, ਆਪਾਂ ਟਾਈਮ ਟੂ ਟਾਈਮ ਇਨਸੈਂਟਿਵ ਵਗੈਰਾ ਪ੍ਰੋਵਾਈਡ ਕਰਦੇ ਰਹਿਣਾ, ਜਿੱਦਾਂ ਲਾਈਕ ਵੇਜਿਸ, ਬੋਨਸ, ਸੈਲਰੀ, ਇਹ ਸਾਰੀਆਂ। ਨਾਨ ਫਾਈਨੈਂਸ਼ੀਅਲ ਕਿਹੜੇ ਹੁੰਦੇ ਜੀ, ਉਹਨਾਂ ਨੂੰ ਜੋਬ ਸਿਕਿਉਰਿਟੀ ਦੇਣੀ, ਇਹ ਫਾਈਨੈਂਸ਼ੀਅਲ ਹੈ। ਇਨਸੈਂਟਿਵ ਦੋ ਤਰ੍ਹਾਂ ਦੇ ਹੁੰਦੇ ਹੈ, ਫਾਈਨੈਂਸ਼ੀਅਲ, ਮੋਨੀਟਰੀ ਐਂਡ ਨਾਨ ਮੋਨੀਟਰੀ। ਫਿਰ ਕੋਆਰਡੀਨੇਸ਼ਨ ਬਾਈ ਸਪੈਸ਼ਲ ਅਪੋਇੰਟੀ, ਕਿ ਉਹਨਾਂ ਨੂੰ ਜਿਹੜੇ ਸਪੈਸ਼ਲ ਆਪਾਂ ਪਰਸਨ ਅਪੋਇੰਟ ਕੀਤੇ ਜਾਂਦੇ ਆ ਉਹਨਾਂ ਦੁਆਰਾ ਹੀ ਆਪਾਂ ਉਹਨਾਂ ਨੂੰ ਕੋਆਰਡੀਨੇਟ ਕਰਨਾ। ਦੇ ਮੇ ਬੀ ਮੇਡ ਇਨ ਚਾਰਜ ਆਫ ਦੇ ਰਿਸਪੈਕਟਿਵ ਸੈਲਸ ਐਂਡ ਮੇ ਬੀ ਆਸਕ ਲੁੱਕ ਆਫਟਰ ਦਾ ਕੋਆਰਡੀਨੇਟਿੰਗ ਐਕਟੀਵਿਟੀ। ਜਿੱਦਾਂ ਆਪਾਂ ਹਰ ਇੱਕ ਸਪੈਸ਼ਲ ਅਪੋਇੰਟੀ ਆਪਾਂ ਬੋਲ ਦਿੰਦੇ ਹਾਂ ਕਿ ਇਸ ਕਲਾਸ ਦਾ ਇਹ ਇੰਚਾਰਜ, ਉਹਦੇ ਕੀ ਰਿਸਪੋਂਸੀਬਿਲਿਟੀਜ਼ ਬਣਦੀ ਆ, ਉੱਦਾਂ ਹੀ ਉਹ ਕਹਿੰਦੇ ਇੱਕ ਸਪੈਸ਼ਲ ਅਪੋਇੰਟੀ ਅਪੋਇੰਟ ਕੀਤਾ ਜਾਂਦਾ ਜੋ ਇਹ ਸਾਰੇ ਫੰਕਸ਼ਨਸ ਨੂੰ ਦੇਖਦਾ ਵਾ।